सलमान खुर्शीद बयान दे रहा है और उसकी स्टेटमेंट पोर्ट मुरादाबाद स्टेट कोआर्डीनेटर है यात्रा का, कहता है राहुल गांधी इज सुपर ह्यूमन while we are freezing in the cold and wearing jackets, he is going out in t-shirt for Bharat Jodo Yatra. He is like a yogi ban gaya. He called himself so, doing his tapasya. तपस्या कर रहा है, तुरदा जांदा भी तपस्या कर रहा है। जो कह रहे हैं कि जी ये तो रामचंद्र का अवतार है, सुपर ह्यूमन है और असी उहदी खड़ां चुकी हुई है जिवें भरत ने चुकी सी, वो जिथे राम खुद नहीं पहुँचता वो जिहड़ी है वो असी चुकी है। नाउ दैट खड़ाओं हैज़ रीच्ड उत्तर प्रदेश, राम जी विल आल्सो कम, दिस इज़ अवर बिलीफ। दर्शकों ब्रेक के बाद तुहाडा सब दा भरपूर स्वागत है। सो व्यूअर्स गलबात करन जा रहे हैं कि कांग्रेसी नेता राहुल गांधी अजकल भारत जोड़ो यात्रा ते निकले हुए हैं। सो खुशामद दियां सारियां हद्दां टपदियां कांग्रेस के सीनियर मुस्लिम नेता सलमान खुर्शीद ने राहुल गांधी की तुलना हिंदू भगवान राम नाल कीती है। सो इस बारे आपां गलबात करन जा रहे हैं। सो असीं चाहांगे कि तुसां इसी तरह बने रहना, देखण सुणन लई एंड लिखण लई तुहाडा सब दा बहुत बहुत धन्नवाद। जी राज साहब की कहना चाहोगे? देखो, एक पासे असीं पहले दोवें तिन्ने सैगमेंट ਦੇ ਵਿੱਚ ਜ਼ਿਕਰ ਕੀਤਾ ਕਿ ਭਾਈ ਹਿੰਦੂਤਵਾ ਦਾ ਨਾਗ ਕਿਵੇਂ ਚਾਰ ਚੁਫੇਰੇ ਡੱਸ ਰਿਹਾ, ਇਕੱਲਾ ਭਾਰਤ ਦੀ ਧਰਤੀ ਤੇ ਹੀ ਨਹੀਂ ਬਾਹਰ ਵੀ ਇਹ ਕਿਵੇਂ ਨਫ਼ਰਤ ਦੇ ਵਣਜਾਰੇ ਔਰ ਕਿਸ ਤਰ੍ਹਾਂ ਇਹਨਾਂ ਦੇ ਸਿਸਟਮ ਦੇ ਵਿੱਚ ਵੜ ਕੇ ਵੀ ਜਿਹੜਾ ਉਹ ਆਪਣਾ ਜ਼ਹਿਰ ਫੈਲਾ ਰਹੇ ਨੇ। ਪਰ ਦੂਸਰੇ ਪਾਸੇ ਜੇ ਉੱਥੋਂ ਦੇ ਖਿੱਤੇ ਦੇ ਵਿੱਚ ਤੁਸੀਂ ਜਦੋਂ ਇੱਕ ਧਿਰ ਕੋਈ ਗੰਦਲੀ ਹੁੰਦੀ ਹੈ ਜਾਂ ਗੰਦਲਾ ਕਰਦੀ ਹੈ ਸਾਰੇ ਨੂੰ, ਤੇ ਕੋਈ ਲੋਕ ਕਿਸੇ ਥੋੜੇ ਬਹੁਤ, ਇਹ ਨਹੀਂ ਕਿ ਵੀ ਬਿਲਕੁਲ ਕੋਈ ਕਲੀਨ ਧਿਰ ਹੋਏ, ਇਹ ਲੱਗਦਾ ਕਿ ਵੀ ਚਲੋ ਗੋ ਫॉर द ਲੈਸਰ ਈਵਲ, ਵੀ ਇਸ ਤੋਂ ਘੱਟ ਕੀ ਹੋਏਗਾ। ਪਰ ਜਦੋਂ ਤੁਸੀਂ ਆਪੋਜੀਸ਼ਨ ਪਾਰਟੀਆਂ ਵੱਲ ਨਜ਼ਰ ਮਾਰਦੇ ਹੋ ਜਾਂ ਉਹਨਾਂ ਦੇ ਅੱਗੋਂ ਜਿਹੜੇ ਫੋਲੋਅਰ ਪੈਰੋਕਾਰ ਜਾਂ ਉਹਨਾਂ ਦੇ ਝੰਡਾ ਬਰਦਾਰ ਨੇ, ਤੇ ਤੁਹਾਨੂੰ ਲੱਗਦਾ ਕਿ ਭਾਈ ਇਹ ਤਾਂ ਹਾਲ ਇਹੀ ਹੈ ਕਿ ਭਾਈ ਉਹ ਜਿਵੇਂ किसी ने कदे कहा सी कि भी बर्बाद गुलिस्तां करने को जब एक ही उल्लू काफ़ी है, हर शाख पे उल्लू बैठा है, अंजामे गुलिस्तां क्या होगा। भी एक उल्लू ही काफ़ी होंदा है। इत्थे तो जिधर तुसी नज़र मार दो सारे उल्लू ही बैठे हुए ने। असी जे अपने हवाले नाल अपनी लीडरशिप दे तो देखते ही हैं, सिखां दे एक तो बाद एक हुण फरवरी ਦੇ ਵਿੱਚ ਚੋਣਾਂ ਹੋਈਆਂ ਨੇ, ਦਸੰਬਰ ਤੱਕ ਪਹੁੰਚਦਿਆਂ 10 ਮਹੀਨਿਆਂ 'ਚ ਪੰਜਾਬ ਦੇ ਲੋਕਾਂ ਦੀ ਬੱਸ ਹੋ ਗਈ। ਉਹ ਲੋਕ ਹੱਥ ਜੋੜ ਕੇ ਕਹਿੰਦੇ ਵੀ ਅਸੀਂ ਤਬਦੀਲੀ ਤੋਂ ਕੀ ਲੈਣਾ, ਪਹਿਲਾਂ ਸੀ ਨਾ ਤਬਦੀਲੀ ਇਹਨਾਂ ਤੋਂ ਜਾਨ ਛਡਾਓ, ਕਾਂਗਰਸ ਤੋਂ ਛਡਾਓ, ਬਾਦਲਾਂ ਤੋਂ ਛਡਾਓ। ਹੁਣ ਉਹ ਕਹਿੰਦੇ, ਉਹ ਪਛਤਾਉਂਦੇ ਨੇ ਕਿ ਭਾਈ ਇਹ ਅਸੀਂ ਕੀ ਕੀਤਾ। ਉਦੋਂ ਵੀ ਧਿਰਾਂ ਤਾਂ ਸੀ ਜਿਹੜੀਆਂ ਸੱਚ ਦੀ ਗੱਲ ਕਰਨ ਵਾਲੀਆਂ ਲਿਆਂਦੀਆਂ ਜਾ ਸਕਦੀਆਂ ਸੀ ਅੱਗੇ, ਲੇਕਿਨ ਇੱਕ ਉਹ ਵੇਵ ਹੁੰਦੀ ਹੈ ਔਰ ਉਹਦੇ ਥੱਲੇ ਜਿਹੜਾ ਇੱਕ ਤੋਂ ਬਾਅਦ ਇੱਕ ਉਹੀ 72 ਲਾਈਨ ਜਿਹੜੀ ਹੈ ਸ਼ੁਰੂ ਹੈ। ਆ ਜੋ ਜ਼ੀਰਾ ਫੈਕਟਰੀ ਨੂੰ, ਸ਼ਰਾਬ ਫੈਕਟਰੀ ਨੂੰ ਲੈ ਕੇ ਜੋ ਚੱਲ ਰਿਹਾ ਜਾਂ ਜਿਸ ਕਿਸਮ ਦਾ ਸਾਰਾ ਮਾਹੌਲ ਬਣਿਆ ਹੋਇਆ, ਜਿਹਨੇ ਕਿਹਾ ਡਾਕਟਰ ਧਰਮਵੀਰ ਗਾਂਧੀ ਨੇ ਕਿ ਵੀ ਇਹ ਜੋ ਮਾਹੌਲ ਬਣਦਾ ਜਾ ਰਿਹਾ ਇਹ ਬਹਿਬਲ ਕਲਾਂ ਵਾਂਗ ਜੇ ਗੋਲੀ ਤੱਕ ਪਹੁੰਚ ਗਈ ਗੱਲ, ਤੇ ਐਸਾ ਧੱਬਾ ਜਿਹੜਾ ਸਾਫ਼ ਨਹੀਂ ਹੋਣਾ। ਪਰ ਕੌਣ ਡਿਫੈਂਡ ਕਰ ਰਿਹਾ, ਕੌਣ ਉਹਨਾਂ ਦੇ ਪਿੱਛੇ ਖੜਾ ਹੈ, ਦੀਪ ਮਲਹੋਤਰਾ ਜਾਂ ਫੈਕਟਰੀ ਮਾਲਕ ਤਾਂ ਗੱਲਾਂ ਨਾ, ਉਹ ਕੋਈ ਮੈਟਰ ਨਹੀਂ ਕਰਦਾ। ਕਿਵੇਂ ਅਦਾਲਤਾਂ ਨੂੰ ਵੀ ਹੱਕ ਦੇ ਵਿੱਚ ਖੜਾ ਕਰਕੇ, ਈਵਨ ਜੇ ਅਦਾਲਤ ਨੇ ਕਿਹਾ ਜੀ ਇਹ ਧਰਨਾ ਮਈ ਮਹੀਨੇ ਦਾ ਲੱਗਿਆ, ਮਈ ਤੋਂ ਅਗਸਤ ਤੱਕ, ਉਹ ਕਹਿੰਦਾ ਫੈਕਟਰੀ ਵਾਲਾ ਜੀ ਇਹਨੇ ਮੇਰਾ 8 ਕਰੋੜ ਦਾ ਨੁਕਸਾਨ ਹੋਇਆ, ਕੋਰਟ ਕਹਿੰਦਾ ਜੀ ਇਹਦਾ ਨੁਕਸਾਨ ਪੰਜਾਬ ਗੌਰਮੈਂਟ ਨੂੰ 8 ਕਰੋੜ ਜਮ੍ਹਾਂ ਕਰਾ ਦਿੰਦੀ, ਫਿਰ ਦੂਜੀ ਵਾਰੀ ਵੀ ਕਰਵਾ ਦਿੰਦੀ। ਹੁਣ ਇਹ ਕੋਈ ਐਵੇਂ ਗੱਲ ਨਹੀਂ ਹੈ, ਨਹੀਂ ਤਾਂ ਕੌਣ ਜੋ ਕੋਰਟਾਂ ਦੇ ਆਰਡਰ ਹੁੰਦੇ ਨੇ, ਰਿਕਵਰੀ ਆਰਡਰ ਵੀ ਹੁੰਦੇ ਨੇ, ਕਈ ਸਾਲ ਲੱਗ ਜਾਂਦੇ ਨੇ। ਸੋ ਇੱਕ ਪਾਸੇ ਇਹ ਸਾਜ਼ਿਸ਼ੀ ਮਾਹੌਲ ਵਾਲੇ, ਮੈਂ ਪੰਜਾਬ ਦੇ ਕੰਟੈਕਸਟ ਇਸ ਲਈ ਗੱਲ ਕਰਦਾ ਕਿ ਕੁਛ ਵੀਰਾਂ ਨੂੰ ਕਈ ਵਾਰੀ ਲੱਗਦਾ ਹੁੰਦਾ ਕਿ ਮੈਂ ਇੰਟਰਨੈਸ਼ਨਲੀ ਘੁੰਮਦਾ ਰਹਿਣਾ ਜਾਂ ਇੰਡੀਆ ਲੈਵਲ ਤੇ ਗੱਲ ਕਰਦਾ ਪੰਜਾਬ, ਕਿਉਂਕਿ ਇਹ ਅਲਟੀਮੇਟਲੀ ਜਦੋਂ ਤੁਸੀਂ ਉਹ ਹੁੰਦਾ ਸੀ ਕਿ ਵੀ ਸਿਆਣੀਆਂ ਮਾਤਾਵਾਂ ਜਦੋਂ ਉਹਨਾਂ ਨੇ ਉਹ ਪੁਰਾਣਾ ਪੀਰੀਅਡ ਚੁੱਲ੍ਹੇ ਦੇ ਉੱਤੇ ਦਾਲ ਧਰੀ ਹੈ, ਇਹ ਦੇਖਣ ਦੇ ਲਈ ਵੀ ਦਾਲ ਗਲੀ ਹੈ ਕਿ ਨਹੀਂ, ਉਹ ਸਾਰੀ ਦਾਲ ਤਾਂ ਨਹੀਂ ਫੇਰ ਕੇ ਦੇਖਦੀਆਂ ਸੀ। ਤੁਸੀਂ ਚੁੱਕਿਆ ਇੱਕ ਦਾਣਾ ਦੇਖਿਆ, ਤੁਹਾਨੂੰ ਅੰਦਾਜ਼ਾ ਹੁੰਦਾ ਸੀ ਵੀ ਬਾਕੀ ਦਾਲ ਵੀ ਇਹੀ ਹੈ। ਸੋ ਜਦੋਂ ਅਸੀਂ ਉਸ ਸਿਸਟਮ ਦੀ ਗੱਲ ਕਰ ਰਹੇ ਹੁੰਦੇ ਹਾਂ, ਜ਼ਾਹਰ ਹੈ ਕਿ ਵੀ ਕਿਸ ਹੱਦ ਤੱਕ ਸੜਾਂਦ ਮਾਰਦਾ ਸਿਸਟਮ ਹੈ, ਕਿਸ ਹੱਦ ਤੱਕ ਸੁਸਾਇਟੀ ਡੀਜਨਰੇਟ ਹੈ,
ਕਿਵੇਂ ਹਰ ਪਾਸੇ ਜਿਹੜੇ ਨੇ ਉਸ ਕਿਸਮ ਦੇ ਲੋਕ ਬੈਠੇ ਹੋਏ ਨੇ। ਬਿਲਕੁਲ। ਹੁਣ ਕੁਝ ਮੀਡੀਆ 'ਚ ਜਿਹੜਾ ਹਿੰਦੂ ਤਵੀਆਂ ਦਾ ਖਾਸ ਤੌਰ ਤੇ ਸੋਸ਼ਲ ਮੀਡੀਆ ਉਹਨਾਂ ਦਾ ਪੈਰੋਕਾਰ ਨਹੀਂ ਹੈ, ਉਹਨਾਂ ਨੇ ਰਾਹੁਲ ਗਾਂਧੀ ਦੀ ਉੱਥੋਂ ਸ਼ੁਰੂ ਹੋਈ ਯਾਤਰਾ ਕੇਰਲਾ ਤੋਂ ਜਿਹੜੀ ਹੁਣ ਦਿੱਲੀ 'ਚ ਐਂਟਰ ਕੀਤੀ ਪਿਛਲੇ ਦਿਨਾਂ 'ਚ, ਇੱਥੋਂ ਕਸ਼ਮੀਰ ਜਾਣਾ ਹੈ, ਉਹਦੀ ਬੜੀ ਵਾਹ-ਵਾਹ ਕੀਤੀ ਕਿ ਦੇਖੋ ਪਹਿਲਾਂ ਤਾਂ ਇਹ ਆਇਆ ਕਿ ਇੰਨੀ ਠੰਡ ਦੇ ਵਿੱਚ ਉਹ ਕੱਲੀ ਟੀ-ਸ਼ਰਟ ਪਾ ਕੇ ਘੁੰਮ ਰਿਹਾ, ਦੇਖੋ ਕਿੰਨਾ ਦਰਦ, ਬੜੀ ਤਪੱਸਿਆ ਕਰ ਰਿਹਾ, ਸ਼ਕਲੋਂ ਵੀ ਬੇਸ਼ਕਲ ਹੋਇਆ ਹੋਇਆ, ਦੇਖੋ ਜੀ ਕਿੰਨੀ ਵੱਡੀ ਤਪੱਸਿਆ ਕਰ ਰਿਹਾ। ਚਲੋ ਸਮਝ ਆਇਆ ਉਹ ਵੀ। ਫਿਰ ਉਹਨੂੰ ਇਵੇਂ ਪ੍ਰੈਜ਼ੈਂਟ ਕੀਤਾ ਜਾ ਰਿਹਾ ਕਿ ਜਿਵੇਂ ਇਹ ਕੋਈ ਨਵਾਂ ਗਾਂਧੀ ਜੰਮ ਪਿਆ ਵੀ ਗਾਂਧੀ ਨੇ ਡਾਂਡੀ ਯਾਤਰਾ ਕੀਤੀ ਸੀ, ਪਦ ਯਾਤਰਾ, ਡੰਡਾ ਫੜ ਕੇ ਬੁੱਢਾ ਜਾਓ, ਤਾਂ ਇੱਕ ਆਪਣੇ ਕਿਸਮ ਦਾ ਫਰੋਡੀਆ ਸੀ। ਪਰ ਇਹ ਉਸ ਤੋਂ ਵੀ ਅੱਗੇ ਜਾ ਕੇ ਜਿਵੇਂ ਖਲੋ ਕੇ ਉਹ ਗੱਲਾਂ ਕਰਦਾ ਹੈ। ਮੈਂ ਉਹ ਦਿੱਲੀ ਦਾ ਐਡਰੈਸ ਸੁਣਿਆ ਲਾਲ ਕਿਲੇ ਤੇ ਪਹੁੰਚ ਕੇ, ਮੈਂ ਕਿਹਾ ਇੱਕ ਹੋਰ ਫਰੋਡੀਆ, ਆਪਣੀ ਦਾਦੀ ਵਰਗਾ ਝੂਠਾ, ਪਿਓ ਵਰਗਾ ਜਿਹੜਾ ਕਾਤਲ ਨਜ਼ਰ ਆ ਰਿਹਾ ਹੁੰਦਾ ਵੀ ਕੀ ਹੈ। ਸੋ ਸਿੱਖ ਨੁਕਤਾ ਨਿਗਾਹ ਤੋਂ ਮੈਂ ਇਹ ਹੁਣ ਖਬਰ ਨਹੀਂ ਡਿਸਕਸ ਕਰ ਰਿਹਾ, ਮੈਂ ਤਾਂ ਗੱਲ ਕਰ ਰਿਹਾ ਵੀ ਜਦੋਂ ਅਸੀਂ ਭਾਰਤ ਦੇ ਨਕਸ਼ੇ 'ਚ 20 ਕਰੋੜ ਮੁਸਲਮਾਨਾਂ ਦੀ ਗੱਲ ਕਰਦੇ ਹਾਂ, ਅੱਛਾ, ਸੈਕੰਡ ਲਾਰਜੈਸਟ ਪਾਪੂਲੇਸ਼ਨ ਆਲਮੋਸਟ ਬਣ ਜਾਂਦੀ ਹੈ, ਸੈਕੰਡ ਜਾਂ ਥਰਡ ਤੁਸੀਂ ਕਹਿ ਸਕਦੇ ਹੋ ਮੁਸਲਮਾਨਾਂ ਦੀ। ਇੰਡੋਨੇਸ਼ੀਆ 'ਚ ਸਭ ਤੋਂ ਜ਼ਿਆਦਾ ਹੈ, ਫਿਰ ਜੇ ਪਾਕਿਸਤਾਨ ਆਏ ਤਾਂ ਥੋੜਾ ਬਹੁਤ ਹੀ ਫਰਕ ਹੋਏਗਾ ਇੰਡੀਆ ਦੇ ਨਾਲ ਮੁਸਲਮਾਨ ਪਾਪੂਲੇਸ਼ਨ ਦੇ ਲਿਹਾਜ਼। ਅੱਛਾ, ਹੁਣ ਇੱਕ ਪਾਸੇ ਤਾਂ ਇੱਕ ਤੋਂ ਬਾਅਦ ਇੱਕ ਹਿੰਦੂਤਵੀ ਲੱਗੇ ਹੋਏ ਨੇ ਕਿ ਉਹਨਾਂ ਨੇ ਤਾਂ ਸਿੱਧਾ ਸਿੱਧਾ ਹੀ ਉਹ ਘਰ ਵਾਪਸੀ ਦੇ ਨਾਂ ਥੱਲੇ ਵੀ, ਲਵ ਜਿਹਾਦ ਦੇ ਨਾਂ ਥੱਲੇ ਵੀ, ਦੂਜਾ ਵੀ। ਹੁਣ ਸਲਮਾਨ ਖੁਰਸ਼ੀਦ ਕਾਂਗਰਸ ਦਾ ਵੱਡਾ ਲੀਡਰ, ਕੈਬਨਿਟ ਮਿਨਿਸਟਰ ਵੀ ਸੀ, ਔਰ ਮੈਨੂੰ ਯਾਦ ਹੈ ਕਿ ਇਹ ਜਿਵੇਂ ਹੁਣ ਇਹ ਉਹਦੀਆਂ ਜੁੱਤੀਆਂ ਚੱਟ ਰਿਹਾ ਰਾਹੁਲ ਗਾਂਧੀ ਦੀਆਂ, ਇਵੇਂ ਹੀ ਇੰਦਰਾ ਗਾਂਧੀ ਨੇ ਜਦੋਂ ਹਮਲਾ ਕੀਤਾ ਔਰ ਬਾਅਦ 'ਚ ਇਸ ਦੀਆਂ ਲਿਖਤਾਂ ਜਾਂ ਦੂਜੀਆਂ ਉਹਦੀ ਸ਼ਲਾਘਾ ਵਾਲੀ ਲਾਈਨ, ਇਹ ਖਾਨਦਾਨੀ ਜੁੱਤੀ ਚੱਟ ਹੁੰਦੇ ਨੇ ਇਸ ਕਿਸਮ ਦੇ। ਹੁਣ ਸਲਮਾਨ ਖੁਰਸ਼ੀਦ ਇਹ ਬਿਆਨ ਦੇ ਰਿਹਾ ਹੈ ਔਰ ਉਸਦੀ ਸਟੇਟਮੈਂਟ, ਕਿਉਂਕਿ ਇਹ ਯੂਪੀ ਦੇ ਵਿੱਚ ਉਹਦਾ ਇੰਚਾਰਜ ਹੈ, ਉਹਦੀ ਪਦ ਯਾਤਰਾ ਜਿਹੜੀ ਉਹ ਰਾਹੁਲ ਗਾਂਧੀ ਜਿਹੜਾ ਇੱਕ ਡਰਾਮਾ ਕਰ ਰਿਹਾ, ਔਰ ਉਸ ਦੇ ਵਿੱਚ ਸਲਮਾਨ ਖੁਰਸ਼ੀਦ ਇਹ ਕਹਿੰਦਾ ਹੈ, ਰਿਪੋਰਟਰ ਮੁਰਾਦਾਬਾਦ 'ਚ ਸਟੇਟ ਕੋਆਰਡੀਨੇਟਰ ਹੈ ਯਾਤਰਾ ਦਾ, ਉਹ ਕਹਿੰਦਾ ਰਾਹੁਲ ਗਾਂਧੀ ਇਜ਼ ਸੁਪਰ ਹਿਊਮਨ, superhuman. While we are freezing in the cold and wearing jackets, he is going out in t-shirt for Bharat Jodo Yatra. ਕਹਿੰਦਾ ਅਸੀਂ ਜੈਕਟਾਂ ਪਾਈਆਂ, ਕੱਲੀ ਟੀ-ਸ਼ਰਟ ਪਾਈ ਹੋਏ। He is like a yogi, ਯੋਗੀ ਬਣ ਗਿਆ। He called himself so, doing his ਤਪੱਸਿਆ, ਤਪੱਸਿਆ ਕਰ ਰਿਹਾ, ਤੁਰਦਾ ਜਾਂਦਾ ਵੀ ਤਪੱਸਿਆ ਕਰ ਰਿਹਾ ਟੀ-ਸ਼ਰਟ ਤੇ। ਚਲੋ ਇਹ ਵੀ ਸਮਝ ਆ ਸਕਦਾ। Drawing a parallel with Lord Rama and his brother Bharat, Khurshid said, Lord Rama's khadao, wooden slipper, goes very far. Sometimes when Ramji is not able to reach, Bharat takes his khadao and goes to places like that. We have carried the khadao in Uttar Pradesh. ਹੁਣ ਤੁਸੀਂ ਅੰਦਾਜ਼ਾ ਲਾਓ ਵੀ ਹੱਦ ਹੀ ਹੋ ਗਈ। ਇਹ ਇਵੇਂ ਹੀ ਹੈ ਜਦੋਂ ਗਿਆਨੀ ਜ਼ੈਲ ਸਿੰਘ ਨੂੰ ਕਾਂਗਰਸ ਵਰਕਿੰਗ ਕਮੇਟੀ ਨੇ ਪ੍ਰੈਜ਼ੀਡੈਂਟ ਨੋਮੀਨੇਟ ਕੀਤਾ, ਉਦੋਂ ਅਜੇ ਬਣਿਆ ਨਹੀਂ ਸੀ ਪ੍ਰੈਜ਼ੀਡੈਂਟ, ਤਾਂ ਉਹ ਪ੍ਰੈਸ ਕਾਨਫਰੰਸ ਹੋਈ, ਉਹਨੂੰ ਪੁੱਛਿਆ ਜੀ ਕਿ ਆਪ ਰਾਸ਼ਟਰਪਤੀ ਕਹਿੰਦੇ ਨੇ ਪ੍ਰੈਜ਼ੀਡੈਂਟ ਨੂੰ, ਬਣ ਕੇ ਕਿਆ ਕਰੋਗੇ? ਤੇ ਉਹ ਕਹਿੰਦਾ ਮੈਂ ਤਾਂ ਨਹਿਰੂ ਖਾਨਦਾਨ का झाड़ू बरदार हूँ, जो मुझे कहेंगे वो मैं करूँगा। ਹੁਣ ਇਹ ਤਾਂ ਔਰ ਵਾਕਈ ਮੈਂ ਜੇ ਹੁਣ ਤੱਕ ਜੇ ਹਿੰਦੂ ਓਫੈਂਡ ਨਹੀਂ ਹੋਏ ਤਾਂ ਉਹਨਾਂ ਨੂੰ ਹੋਣਾ ਚਾਹੀਦਾ। ਬੀਜੇਪੀ ਨੇ ਸਟੇਟਮੈਂਟਾਂ ਦਿੱਤੀਆਂ ਦੋ ਚਾਰ ਖਿਲਾਫ, ਪਰ ਮੈਂ ਤਾਂ ਇਹ ਦੇਖ ਰਿਹਾ ਕਿ ਭਾਈ ਇੱਕ ਪਾਸੇ ਇਸ ਕਿਸਮ ਦੇ ਲੋਕ, ਇਹਦਾ ਹੀ ਪਿਓ ਜਿਹਨੇ ਸਭ ਤੋਂ ਪਹਿਲਾਂ 1985 'ਚ ਬਾਬਰੀ ਮਸਜਿਦ ਦੇ, ਚਲੋ ਸਿੱਖ ਫੈਕਟਰ ਛੱਡ ਦਿਓ, ਇਹਨਾਂ ਨੂੰ ਕੋਈ ਨਾ ਸਰੋਕਾਰ ਹੋਏਗਾ ਖੁਰਸ਼ੀਦ ਅਹਿਮਦ ਜਾਂ ਇਹਦੇ ਲੋਕਾਂ ਨੂੰ, ਵੀ ਆਹ ਸਾਰਾ ਪਾਰਟ ਕਿਹਨੇ ਕੀਤਾ? ਨਰਸਿਮਹਾ ਰਾਓ 6 ਦਸੰਬਰ 1992 ਨੂੰ ਕਾਂਗਰਸ ਦਾ ਪ੍ਰਾਈਮ ਮਿਨਿਸਟਰ, ਜਦੋਂ ਬਾਬਰੀ ਮਸਜਿਦ ਤੋੜੀ ਜਾਂਦੀ ਹੈ, ਢਾਈ ਜਾਂਦੀ ਹੈ। ਗੁਜਰਾਤ ਦੇ ਸਾਰੇ ਦੌਰੇ ਦੇ ਦੌਰਾਨ ਚੋਣਾਂ ਵੇਲੇ, ਜਦੋਂ ਹੁਣ ਨਹੀਂ ਪਿਛਲੀਆਂ, ਉਹ ਕਿਸੇ ਮਸਜਿਦ ਦਾ ਕੀ ਜਾਣਾ ਹੈ, ਮੁਸਲਮਾਨਾਂ ਦਾ ਨਾਂ ਤੱਕ ਨਹੀਂ ਲੈਂਦਾ, ਗੁਜਰਾਤ ਦੀ ਨਸਲਕੁਸ਼ੀ ਦਾ ਨਾਂ ਨਹੀਂ ਲੈਂਦਾ। ਬਿਲਕਿਸ ਬਾਨੋ ਕੇਸ ਦੇ ਵਿੱਚ ਅਜੇ ਤੱਕ ਤੁਹਾਨੂੰ ਉਹਦਾ ਹੀ ਕੋਈ ਸਟੇਟਮੈਂਟ ਦੇਖਣ ਨੂੰ ਨਹੀਂ ਮਿਲਦੀ। ਤੇ ਉਹ ਕਹਿ ਰਿਹਾ ਕਿ ਜੀ ਇਹ ਤਾਂ ਰਾਮਚੰਦਰ ਦਾ ਅਵਤਾਰ ਹੈ, ਸੁਪਰ ਹਿਊਮਨ ਹੈ, ਔਰ ਅਸੀਂ ਉਹਦੀ ਖੜਾਂ ਚੁੱਕੀ ਹੋਈ ਹੈ ਜਿਵੇਂ ਭਰਤ ਨੇ ਚੁੱਕੀ ਸੀ। ਉਹ ਜਿੱਥੇ ਰਾਮ ਖੁਦ ਨਹੀਂ ਪਹੁੰਚਦਾ, ਉਹ ਜਿਹੜੀ ਹੈ ਉਹ ਅਸੀਂ ਚੁੱਕੀ ਹੈ। ਨਾਓ that Khadao has reached Uttar Pradesh,
ਰਾਮ ਜੀ ਵਿਲ ਆਲਸੋ ਕਮ, ਦਿਸ ਇਜ਼ ਆਵਰ ਬਿਲੀਫ ਕਿ ਹੁਣ ਅਸੀਂ ਖੜਾਮ ਚੁੱਕ ਲਿਆਏ ਆ ਤੇ ਰਾਮ ਜੀ ਵੀ ਆਣਗੇ, ਰਾਹੁਲ ਜੀ ਵੀ। ਸੋ ਜਿੱਥੇ ਤੁਸੀਂ ਇਸ ਲੈਵਲ ਦੇ ਲੋਕ ਦੇਖਦੇ ਹੋ, ਇਹ ਪੜ੍ਹਿਆ ਲਿਖਿਆ ਬੰਦਾ, ਕੈਬਨਿਟ ਮਿਨਿਸਟਰ, ਨੋਨ ਨੇਮ, ਤੇ ਇਹ ਇਹਨਾਂ ਦੀ ਜਿਹੜੀ ਹੈ ਉਹ ਔਕਾਤ ਹੈ। ਤੇ ਹੁਣ ਤੁਸੀਂ ਉੱਥੇ ਦੇਖੋ ਜੀ, ਉੱਥੇ ਲੋਕ ਕਹਿਣਗੇ ਜੀ ਜੇ ਬੀਜੇਪੀ ਚਲੀ ਜਾਏ ਕਾਂਗਰਸ, ਮੈਂ ਕਿਹਾ ਜੀ ਉਸ ਮਿੱਟੀ ਦੇ ਵਿੱਚ ਰੈਵੋਲੂਸ਼ਨ ਨਹੀਂ ਹੈਗਾ। ਇਹ ਤਾਂ ਜਿਹੜੇ ਨੇ, ਜੇ ਭਰਤ ਹੁਣ ਖੜਾਮ ਦੀ ਗੱਲ ਹੀ ਚੱਲੀ, ਰਾਮਚੰਦਰ ਬਨਵਾਸ 'ਚ 14 ਸਾਲ ਖੜਾਮ ਰੱਖ ਕੇ ਜਿਹੜਾ ਉਹ ਭਰਤੀ ਰਾਜ ਕਰਦਾ ਰਿਹਾ। ਜਿਹੜੇ ਤੇ ਜੁੱਤੀ ਤੇ ਯਾਰ ਨੇ, ਮਤਲਬ ਇਹ ਹੈ ਵੀ ਜਿਹਦੀ ਖੜਾਮ ਹੈਗੀ ਰੱਖੀ ਹੋਈ ਉਹਦੇ ਮਗਰ ਲੱਗ ਜਾਣਗੇ। ਸੋ ਇਹਨਾਂ ਦਾ ਉੱਥੇ ਕੀ ਕਰਦਾ। ਹਾਂ, ਸਿੱਖ ਕੌਮ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਵੀ ਅਸੀਂ ਇਹਨਾਂ ਦੇ ਚੁੰਗਲ ਚੋਂ ਕਿਵੇਂ ਨਿਕਲਣਾ ਹੈ, ਔਰ ਉਹ ਖਾਲਿਸਤਾਨ ਦੀ ਆਜ਼ਾਦੀ, ਇਹੀ ਸਾਡਾ ਫੋਕਸ ਹੋਣਾ ਚਾਹੀਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਨਾਮ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।